BA1 ਬੇਟਾ। ਬੱਚੇ ਆਪਾਂ ਇਸ ਤੋਂ ਪਹਿਲਾਂ ਵਾਲੇ ਟੌਪਿਕ ਦੇ ਵਿੱਚ ਕੀਤਾ ਸੀ ਵਟ ਡੂ ਯੂ ਮੀਨ ਬਾਈ ਰਾਈਟਸ, ਟਾਈਪ ਆਫ ਰਾਈਟਸ, ਮੀਨਿੰਗ ਆਫ ਰਾਈਟ, ਕਰੈਕਟਰ ਸਕੈਚਸ ਆਫ ਦ ਰਾਈਟਸ, ਹੈ ਨਾ। ਸੋ ਹੁਣ ਆਪਾਂ ਆਪਣਾ ਨੈਕਸਟ ਟੌਪਿਕ ਹੈ ਡਿਊਟੀਜ਼। ਕਿ ਡਿਊਟੀਜ਼ ਕੀ ਹੁੰਦੀਆਂ ਨੇ, ਕਰਤੱਵ ਕੀ ਹੁੰਦੇ ਨੇ, ਠੀਕ ਹੈ। ਇਹਨਾਂ ਦੇ ਟਾਈਪਸ, ਇਹਨਾਂ ਦੇ ਫੀਚਰਸ ਜਾਣ ਤੋਂ ਪਹਿਲਾਂ ਆਪਾਂ ਨੂੰ ਪਤਾ ਕਰਨਾ ਹੈ ਵੀ ਕਰਤੱਵ ਹੁੰਦੇ ਕੀ ਹੈ। ਕਰਤੱਵ ਜਿਸ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਡਿਊਟੀ ਕਿਹਾ ਜਾਂਦਾ ਹੈ, ਉਹ ਅੰਗਰੇਜ਼ੀ ਦੇ ਹੀ ਸ਼ਬਦ ਡੇਟ ਤੋਂ ਲਿੱਤੀ ਗਈ ਹੈ, ਜਿਸ ਦਾ ਅਰਥ ਹੈ ਰਿਣ ਹੁੰਦਾ ਹੈ, ਠੀਕ ਹੈ। ਰਿਣ ਮੀਨਸ ਕਰਜ਼ਾ ਬੇਟਾ। ਜਿਸ ਤਰ੍ਹਾਂ ਕੋਈ ਵਿਅਕਤੀ ਕਰਜ਼ਾ ਦੇਣ ਦੇ ਲਈ ਪਾਬੰਦ ਹੁੰਦਾ ਹੈ, ਸੋ ਉਸੀ ਤਰ੍ਹਾਂ ਹਰ ਇੱਕ ਵਿਅਕਤੀ ਜਿਹੜਾ ਹੈਗਾ ਅਧਿਕਾਰਾਂ ਦੇ ਨਾਲ ਨਾਲ ਕਰਤੱਵਿਆਂ ਨੂੰ ਨਿਭਾਉਣ ਲਈ ਵੀ ਵਚਨਬੱਧ ਹੁੰਦਾ ਹੈ। ਹਰ ਇੱਕ ਵਿਅਕਤੀ ਜਿਹੜਾ ਹੈਗਾ ਉਹ ਚਾਹੇ ਕੋਈ ਵੱਡਾ ਹੈ, ਛੋਟਾ ਹੈ, ਅਮੀਰ ਹੈ, ਗਰੀਬ ਹੈ, ਅਗਰ ਉਹ ਅਧਿਕਾਰਾਂ ਨੂੰ ਮਾਣਦਾ ਹੈ ਤਾਂ ਉਹ ਕਰਤੱਵ ਨਿਭਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੁੰਦਾ ਹੈ, ਠੀਕ ਹੈ। ਇਸ ਦਾ ਮੀਨਿੰਗ ਤੁਸੀਂ ਲਿਖ ਸਕਦੇ ਹੋ, ਕਰਤੱਵ ਵਿਅਕਤੀ ਦੀ ਆਪਣੇ ਆਪ, ਪਰਿਵਾਰ, ਸਮਾਜ ਅਤੇ ਰਾਜ ਦੇ ਪ੍ਰਤੀ ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ, ਜਿਸ ਦੀ ਪਾਲਣਾ ਕਰਨ ਨਾਲ ਦੂਜਿਆਂ ਦੇ ਹਿੱਤ ਸੁਰੱਖਿਅਤ ਹੁੰਦੇ ਹਨ ਜਾਂ ਰਹਿੰਦੇ ਹਨ, ਠੀਕ ਹੈ। ਐਪਿਕਟੈਟ ਤੋਂ ਇਲਾਵਾ ਜਿਹੜਾ ਹੈਗਾ ਐਪਿਕਟੈਟਸ ਤੋਂ ਇਲਾਵਾ ਜਿਹੜਾ ਇਹ ਕਹਿੰਦਾ ਹੈ ਕਿ ਕੇਵਲ ਆਪਣੇ ਹਿੱਤਾਂ ਨੂੰ ਦੂਜਿਆਂ ਦੇ ਹਿੱਤਾਂ ਤੋਂ ਬਿਲਕੁਲ ਭਿੰਨ ਸਮਝਣਾ ਹੀ ਨਾਗਰਿਕ ਦਾ ਕਰਤੱਵ ਹੈ। ਮੀਨਸ ਅਗਰ ਬੇਟਾ ਕੋਈ ਪਰਸਨ ਜਿਹੜਾ ਹੈਗਾ ਉਹ ਆਪਣੇ ਰਾਈਟਸ ਨੂੰ ਇੰਜੋਏ ਕਰਦਾ ਹੈ, ਸੋ ਉਹ ਜਿਹੜਾ ਹੈਗਾ ਆਪਣੇ ਕਰਤੱਵਿਆਂ ਨੂੰ ਨਿਭਾਉਣ ਦੇ ਲਈ ਵੀ ਬਿਲਕੁਲ ਵਚਨਬੱਧ ਹੈ ਜਾਂ ਰਿਸਟ੍ਰਿਕਟਿਡ ਹੈ। ਸੋ ਉਸ ਤੋਂ ਬਾਅਦ ਆਉਂਦਾ ਹੈ ਕਰਤੱਵਿਆਂ ਦੇ ਵਰਗੀਕਰਨ। ਮੀਨਸ ਕਲਾਸੀਫਿਕੇਸ਼ਨ ਆਫ ਦ ਡਿਊਟੀਜ਼। ਦੇਰ ਆਰ 3 ਟਾਈਪਸ ਆਫ ਦ ਡਿਊਟੀਜ਼। ਵਨ ਇਜ਼ ਦ ਮੋਰਲ ਡਿਊਟੀਜ਼, ਲੀਗਲ ਡਿਊਟੀਜ਼ ਐਂਡ ਦ ਫੰਡਾਮੈਂਟਲ ਡਿਊਟੀਜ਼। ਫਸਟ ਆਫ ਆਲ ਵੀ ਆਰ ਡਿਸਕਸ ਅਬਾਊਟ ਦੀ ਨੈਤਿਕ ਕਰਤੱਵ, ਜਿਹਨੂੰ ਮੋਰਲ ਡਿਊਟੀ ਕਿਹਾ ਜਾਂਦਾ ਹੈ। ਮੋਰਲ ਡਿਊਟੀ ਮੀਨਸ ਵਿਚ ਆਰ ਰਿਲੇਟਡ ਯੋਰ ਮੋਰਲ ਵਿਊਜ਼ ਔਰ ਮੋਰਲ ਥਿੰਕਿੰਗ ਔਰ ਯੋਰ ਮੋਰਲ ਜਿਹੜਾ ਹੈਗਾ ਵਿਊਜ਼, ਠੀਕ ਹੈ। ਨੈਤਿਕ ਕਰਤੱਵ ਉਹ ਕਰਤੱਵ ਹੁੰਦੇ ਨੇ ਜਿਹੜਾ ਕਿ ਮਨੁੱਖਤਾ ਦੀ ਨੈਤਿਕਤਾ ਨਾਲ ਜੁੜੇ ਹੁੰਦੇ ਨੇ, ਮਾਨਵਤਾ ਨਾਲ ਜੁੜੇ ਹੁੰਦੇ ਨੇ, ਵਡਿਆਈ ਨਾਲ ਜੁੜੇ ਹੁੰਦੇ ਨੇ। ਜਿਵੇਂ ਕਿ ਵੱਡਿਆਂ ਦਾ ਸਤਿਕਾਰ ਕਰਨਾ, ਛੋਟਿਆਂ ਨਾਲ ਪਿਆਰ ਕਰਨਾ, ਮਾਤਾ ਪਿਤਾ ਦੀ ਸੇਵਾ ਕਰਨਾ, ਠੀਕ ਹੈ, ਕਿਸੇ ਜ਼ਰੂਰਤਮੰਦ ਦੀ ਸੇਵਾ ਕਰਨਾ। ਸੋ ਦੀਜ਼ ਆਲ ਆਰ ਦੀ ਮੋਰਲ ਡਿਊਟੀਜ਼ ਜਿਹੜੀਆਂ ਕਿ ਇੱਕ ਵਿਅਕਤੀ ਨੂੰ ਕਰਨੀਆਂ ਚਾਹੀਦੀਆਂ ਨੇ। ਸਭ ਮੋਰਲ ਡਿਊਟੀਜ਼ ਕਈ ਤਰ੍ਹਾਂ ਦੀਆਂ ਹੁੰਦੀਆਂ ਬੇਟਾ। ਮੋਰਲ ਡਿਊਟੀ ਟੂਵਰਡਸ ਸੈਲਫ, ਨਾਗਰਿਕ ਦੇ ਆਪਣੇ ਪ੍ਰਤੀ ਕੀ ਨੈਤਿਕ ਕਰਤੱਵ ਨੇ, ਜੋ ਕਰਤੱਵ ਵਿਅਕਤੀ ਨੂੰ ਆਪਣੇ ਨਾਲ ਰਿਲੇਟਡ ਨੇ, ਜੋ ਨੈਤਿਕ ਕਰਤੱਵ ਉਹ ਉਹਦੇ ਆਪਣੇ ਨਾਲ ਜੁੜੇ ਹੋਏ ਨੇ। ਨੰਬਰ 1 ਕਰੈਕਟਰ ਬਿਲਡਿੰਗ, ਇੱਕ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ। ਸੈਲਫ ਕੰਟਰੋਲ, ਆਪਣੇ ਆਪ 'ਤੇ ਕੰਟਰੋਲ ਰੱਖਣਾ, ਸੰਜਮ ਰੱਖਣਾ ਆਪਣੇ ਆਪ 'ਤੇ। ਇੱਕ ਚੰਗੀ ਹੈਲਥ, ਇਮਾਨਦਾਰੀ, ਟਰੂਥਫੁਲਨੈਸ, ਸੱਚਾਈ। ਟੂ ਗੈਟ ਐਜੂਕੇਸ਼ਨ, ਵਿੱਦਿਆ ਪ੍ਰਾਪਤ ਕਰਨਾ। ਟੂ ਅਰਨ ਓਨਸ ਲਾਈਵਹੁੱਡ, ਆਪਣੀ ਉਪਜੀਵਿਕਾ ਕਮਾਉਣਾ। ਸਾਦਾ ਜੀਵਨ ਅਤੇ ਉੱਚੇ ਵਿਚਾਰ, ਸਿੰਪਲ ਲਿਵਿੰਗ, ਹਾਈ ਥਿੰਕਿੰਗ, ਠੀਕ ਹੈ। ਡਿਸਿਪਲਿਨ ਡੇਲੀ ਲਾਈਫ, ਇੱਕ ਨਿਯਮਿਤ ਦੈਨਿਕ ਜੀਵਨ। ਪ੍ਰੋਗਰੈਸਿਵ ਵਿਊਜ਼, ਇੱਕ ਪ੍ਰਗਤੀਸ਼ਾਲੀ ਵਿਚਾਰ। ਇਹ ਸਾਰੇ ਵਿਚਾਰ, ਇਹ ਸਾਰੀ ਡਿਊਟੀਜ਼ ਜਿਹੜੀਆਂ ਹੈਗੀਆਂ ਇੱਕ ਪਰਸਨ ਦੀਆਂ ਆਪਣੇ ਲਈ ਨੇ, ਮੋਰਲ ਡਿਊਟੀਜ਼। ਉਸ ਤੋਂ ਬਾਅਦ ਆਉਂਦੀਆਂ ਬੇਟਾ ਡਿਸਿਪਲਿਨ। ਉਸ ਤੋਂ ਬਾਅਦ ਹੈਗੇ ਆ ਜੀ ਮੋਰਲ ਡਿਊਟੀ ਟੂਵਰਡਸ ਦ ਫੈਮਿਲੀ। ਆਪਣੇ ਪਰਿਵਾਰ ਦੇ ਲਈ ਇੱਕ ਪਰਸਨ ਦੀਆਂ ਕਿਹੜੀਆਂ ਮੋਰਲ ਡਿਊਟੀਜ਼ ਨੇ। ਨੰਬਰ 1 ਓਬੀਡੀਐਂਸ, ਆਈਡੀਅਲ ਐਟਮੋਸਫੇਅਰ ਇਨ ਹੋਮ, ਘਰ ਦੇ ਵਿੱਚ ਇੱਕ ਚੰਗਾ ਵਾਤਾਵਰਨ ਪੈਦਾ ਕਰਨਾ, ਠੀਕ ਹੈ। ਉਸ ਤੋਂ ਬਾਅਦ ਹੈਗਾ ਸੰਤਾਨ ਉਤਪੱਤੀ, ਦੂਜਿਆਂ ਦੀ ਸਿਹਤ ਦਾ ਧਿਆਨ ਰੱਖਣਾ, ਬੇਸਿਕਸ ਨੀਡਸ ਪੂਰੀਆਂ ਕਰਨੀਆਂ ਆਪਣੇ ਪਰਿਵਾਰ ਦੀਆਂ, ਠੀਕ ਹੈ। ਫੈਮਿਲੀ ਪਲੈਨਿੰਗ ਕਰਨਾ। ਉਸ ਤੋਂ ਬਾਅਦ ਹੈ ਸੇਵਿੰਗ ਕਰਨਾ, ਬੱਚਿਆਂ ਨੂੰ ਇੱਕ ਚੰਗੀ ਐਜੂਕੇਸ਼ਨ ਦੇਣਾ, ਮਾਤਾ ਪਿਤਾ ਦੀ ਸੇਵਾ ਕਰਨਾ, ਪਰਿਵਾਰ ਦਾ ਨਾਮ ਰੌਸ਼ਨ ਕਰਨਾ। ਸੋ ਦੀਜ਼ ਆਰ ਦੀ ਡਿਊਟੀਜ਼ ਟੂਵਰਡਸ ਦ ਫੈਮਿਲੀ। ਨਾਓ ਵੀ ਆਰ ਡਿਸਕਸ ਅਬਾਊਟ ਦੀ ਮੋਰਲ ਡਿਊਟੀ ਟੂਵਰਡਸ ਅ ਸੋਸਾਇਟੀ। ਇੱਕ ਸਮਾਜ ਵਿੱਚ ਰਹਿਣ ਦੇ ਨਾਤੇ ਇੱਕ ਪਰਸਨ ਦੀਆਂ ਮੋਰਲ ਡਿਊਟੀਜ਼ ਕਿਹੜੀਆਂ ਨੇ ਕਿ ਸਮਾਜ ਦੇ ਪ੍ਰਤੀ ਇੱਕ ਚੰਗੀ ਸਰਵਿਸਿਜ਼ ਦੇਣਾ, ਆਪਣਾ ਆਲਾ ਦੁਆਲਾ ਸਾਫ਼ ਕਰਨਾ, ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਨਾ ਪਹੁੰਚਾਉਣਾ, ਠੀਕ ਹੈ। ਸੋਸ਼ਲ ਇਵਲਸ ਤੋਂ ਦੂਰ ਰਹਿਣਾ, ਸਹਿਯੋਗ ਕਰਨਾ, ਪਿਆਰ ਦੀ ਭਾਵਨਾ, ਠੀਕ ਹੈ। ਇੱਕ ਕ੍ਰਿਮੀਨਲਸ ਨੂੰ ਪਕੜਾਉਣ ਦੇ ਵਿੱਚ ਮਦਦ ਕਰਨਾ, ਵਿਲੇਜ ਅਤੇ ਸਿਟੀ ਦਾ ਡਿਵੈਲਪਮੈਂਟ ਕਰਨਾ, ਦੁੱਖ ਸੁੱਖ ਵਿੱਚ ਸ਼ਾਮਿਲ ਹੋਣਾ, ਇੱਕ ਹਿਊਮੈਨਿਟੀ ਦੀ ਭਾਵਨਾ, ਦਇਆ ਦੀ ਭਾਵਨਾ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈ। ਮੋਰਲ ਡਿਊਟੀ ਟੂਵਰਡਸ ਦ ਹਿਊਮੈਨਿਟੀ, ਮਨੁੱਖਤਾ ਦੀ ਭਾਵਨਾ ਰੱਖਣਾ, ਦੂਜਿਆਂ ਦੀ ਸੇਵਾ ਕਰਨਾ, ਦੀਨ ਦੁਖੀਆਂ ਦੀ ਸੇਵਾ ਕਰਨਾ, ਗਰੀਬਾਂ ਦੀ ਸਹਾਇਤਾ ਕਰਨਾ। ਸੋ ਦੀਜ਼ ਆਰ ਦੀ ਡਿਊਟੀਜ਼ ਵਿਚ ਆਰ ਰਿਲੇਟਡ ਟੂ ਯੋਰ ਮੋਰਲ ਵਿਊਜ਼, ਠੀਕ ਹੈ।
ਮੋਰਲ ਵਿਊਜ਼ ਜਿਹੜੀਆਂ ਹੈਗੀਆਂ ਬੇਟਾ, ਇਹਦੇ ਵਿੱਚ ਇੱਕ ਗੱਲ ਹੈ ਕਿ ਮੋਰਲ ਡਿਊਟੀਜ਼ ਠੀਕ ਹੈ, ਇੱਕ ਵਿਅਕਤੀ ਨੂੰ ਇੱਕ ਚੰਗਾ ਵਾਤਾਵਰਣ ਪੈਦਾ ਕਰਦੀਆਂ ਨੇ, ਸੁਸਾਇਟੀ ਲਈ ਚੰਗੀਆਂ ਨੇ, ਬਟ ਇਹਨਾਂ ਦੇ ਪਿੱਛੇ ਕੋਈ ਵੀ ਕਾਨੂੰਨੀ ਸ਼ਕਤੀ ਨਹੀਂ ਹੈ। ਫੋਰ ਦ ਐਗਜ਼ਾਮਪਲ ਦੈਟ ਅਗਰ ਇੱਕ ਬੱਚਾ, ਇੱਕ ਮੁੰਡਾ ਜਿਹੜਾ ਹੈਗਾ ਉਹ ਵੱਡਾ ਹੋ ਕੇ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ ਤਾਂ ਉਸ ਨੂੰ ਉਹਦੇ ਲਈ ਕੋਈ ਵੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਮੋਰਲ ਵਿਊਜ਼ ਜਿਹੜੇ ਹੈਗੇ ਨੇ, ਮੋਰਲ ਡਿਊਟੀਜ਼ ਜਿਹੜੀਆਂ ਹੈਗੀਆਂ, ਇਹ ਵਿਅਕਤੀ ਦੀਆਂ ਮੰਨਣਾ ਜਾਂ ਨਾ ਮੰਨਣਾ ਉਹਦੀ ਆਪਣੀ ਇੱਛਾ ਦੇ ਉੱਤੇ ਨਿਰਭਰ ਕਰਦੀਆਂ ਨੇ। ਉਸ ਤੋਂ ਬਾਅਦ ਆਉਂਦੀਆਂ ਬੇਟਾ ਲੀਗਲ ਡਿਊਟੀਜ਼, ਜਿਹੜੀਆਂ ਲੀਗਲ ਡਿਊਟੀਜ਼ ਜਿਨ੍ਹਾਂ ਦੇ ਪਿੱਛੇ ਕਾਨੂੰਨੀ ਸ਼ਕਤੀ ਹੁੰਦੀ ਹੈ, ਜਿਨ੍ਹਾਂ ਦੇ ਪਿੱਛੇ ਤੁਹਾਨੂੰ ਸਜ਼ਾ ਦਿੱਤੀ ਜਾਂਦੀ ਹੈ। ਰੱਜ ਦੇ ਪ੍ਰਤੀ ਵਫਾਦਾਰ, ਅਗਰ ਤੁਸੀਂ ਰੱਜ ਦੇ ਪ੍ਰਤੀ ਵਫਾਦਾਰ ਨਹੀਂ ਹੋ ਤਾਂ ਤੁਹਾਨੂੰ ਪਨਿਸ਼ਮੈਂਟ ਮਿਲੇਗੀ। ਕਾਨੂੰਨਾਂ ਦੀ ਪਾਲਣਾ ਕਰਨਾ, ਸੰਵਿਧਾਨ ਦਾ ਸਨਮਾਨ ਕਰਨਾ, ਰਿਸਪੈਕਟ ਆਫ ਦੀ ਨੈਸ਼ਨਲ ਫਲੈਗ, ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ, ਟੈਕਸ ਦੀ ਪੇਮੈਂਟ ਕਰਨਾ, ਆਪਣੇ ਰਾਈਟ ਆਫ ਵੋਟ ਦਾ ਚੰਗੀ ਤਰ੍ਹਾਂ ਇਸਤੇਮਾਲ ਕਰਨਾ, ਮਿਲਟਰੀ ਸਰਵਿਸਿਜ਼ ਦੇਣਾ, ਸਰਕਾਰ ਨੂੰ ਸਹਿਯੋਗ ਦੇਣਾ, ਸਾਰਵਜਨਿਕ ਸੰਪਤੀ ਦੀ ਰੱਖਿਆ ਕਰਨਾ, ਇਹ ਸਾਰੇ ਜਿਹੜੇ ਕੰਮ ਨੇ ਇਹ ਬੇਟਾ ਤੁਹਾਡੀਆਂ ਲੀਗਲ ਡਿਊਟੀਜ਼ ਨੇ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ, ਇਹ ਸਾਰੇ ਹੀ ਲੀਗਲ ਡਿਊਟੀਜ਼ ਨੇ ਜਿਨ੍ਹਾਂ ਦੇ ਪਿੱਛੇ ਕਾਨੂੰਨੀ ਸ਼ਕਤੀ ਹੁੰਦੀ ਹੈ। ਉਸ ਤੋਂ ਬਾਅਦ ਆਉਂਦਾ ਬੇਟਾ ਫੰਡਾਮੈਂਟਲ ਡਿਊਟੀਜ਼। ਫੰਡਾਮੈਂਟਲ ਡਿਊਟੀਜ਼ ਆਰ ਦੋਜ਼ ਡਿਊਟੀਜ਼ ਵਿਚ ਆਰ ਇਨਵੋਲਵ ਇਨ ਯੋਰ ਕੌਨਸਟੀਟਿਊਸ਼ਨ, ਵਿਚ ਆਰ ਰਾਈਟ ਡਾਊਨ ਇਨ ਯੋਰ ਕੌਨਸਟੀਟਿਊਸ਼ਨ, ਠੀਕ ਹੈ। ਉਸ ਤੋਂ ਬਾਅਦ ਹੈਗਾ ਜੀ ਕੋ ਰਿਲੇਸ਼ਨ ਬਿਟਵੀਨ ਦ ਰਾਈਟਸ ਐਂਡ ਡਿਊਟੀਜ਼। ਰਾਈਟ ਐਂਡ ਡਿਊਟੀਜ਼ ਦਾ ਆਪਸ ਦੇ ਵਿੱਚ ਕੋ ਰਿਲੇਸ਼ਨ ਕੀ ਹੈ, ਕਿਸ ਤਰ੍ਹਾਂ ਇੱਕ ਦੂਜੇ ਨਾਲ ਇਹ ਜੁੜੀਆਂ ਹੋਈਆਂ ਨੇ। ਇਹਦੇ ਵਿੱਚ ਤੁਸੀਂ ਲਿਖੋਗੇ ਪਹਿਲਾਂ ਮੀਨਿੰਗ ਆਫ ਰਾਈਟਸ। ਮੀਨਿੰਗ ਆਫ ਰਾਈਟਸ ਕੀ ਹੈ? ਰਾਈਟਸ ਆਰ ਦੋਜ਼ ਡਿਮਾਂਡ ਵਿਚ ਆਰ ਵੈਰੀ ਇੰਪੋਰਟੈਂਟ ਔਰ ਵਿਚ ਆਰ ਵੈਰੀ ਇੰਪੋਰਟੈਂਟ ਟੂ ਦ ਡਿਵੈਲਪਮੈਂਟ ਆਫ ਦ ਪਰਟੀਕੂਲਰ ਪੀਪਲਸ, ਠੀਕ ਹੈ, ਜਿਨ੍ਹਾਂ ਨੂੰ ਸਟੇਟ ਐਕਸੈਪਟ ਕਰਦਾ ਹੈ ਤੇ ਸਟੇਟ ਹੀ ਉਹਨਾਂ ਨੂੰ ਇੰਪਲੀਮੈਂਟ ਕਰਦਾ ਹੈ। ਯਾਨੀ ਕਿ ਅਗਰ ਮੈਂ ਹਿੰਦੀ ਜਾਂ ਪੰਜਾਬੀ 'ਚ ਗੱਲ ਕਰਾਂ ਤਾਂ ਅਧਿਕਾਰ ਜਿਹੜੇ ਹੈਗੇ ਨੇ ਉਹ ਉਚਿਤ ਮੰਗਾਂ ਅਤੇ ਦਾਅਵੇ ਹਨ ਜਿਹੜੇ ਕਿ ਇੱਕ ਵਿਅਕਤੀ ਦੇ ਵਿਕਾਸ ਲਈ ਜ਼ਰੂਰੀ ਹਨ। ਇਹਨਾਂ ਦਾਅਵਿਆਂ ਨੂੰ ਸਰਕਾਰ ਜਿਹੜੀ ਹੈਗੀ ਆ, ਸਟੇਟ ਜਿਹੜੀ ਹੈਗੀ ਆ, स्वीकार करती है तो स्टेट ही इन्हों इम्प्लीमेंट करती है। इन हिंदी वी कैन से दैट कि अधिकार जो हैं वो उचित मांगे और दावे हैं जो एक व्यक्ति के विकास के लिए ज़रूरी हैं। इन दावों और मांगों को जो है वो सरकार स्वीकार करती है या राज्य स्वीकार करता है और राज्य ही इन्हें लागू करती है। कर्तव्य मतलब कर्तव्य जिहड़ा हैगा कि जदों एक बंदा किसी चीज़ नूं करना जां ना करना साडी अपनी इच्छा ते निर्भर नहीं करता, दैट इज़ कॉल्ड अ ड्यूटी, ठीक है। जिसनूं करना या ना करना अपनी इच्छा के उत्ते निर्भर नहीं करता, दैट इज़ कॉल्ड ए ड्यूटीज़। उस तो बाद